ਨਮਸਕਾਰ ਦੋਸਤੋ, YouTube ਦੇ ਇਸ ਚੈਨਲ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਿਹਾ ਹਾਂ ਪ੍ਰੈਜ਼ੀਡੈਂਟ ਦੀ ਦੂਸਰੀ ਵੀਡੀਓ। ਪ੍ਰੈਜ਼ੀਡੈਂਟ ਦੀ ਪਹਿਲੀ ਵੀਡੀਓ ਦੇ ਵਿੱਚ ਆਪਾਂ ਨੇ ਉਸਦੇ ਪਦ, ਉਸਦੀ ਚੋਣ ਅਤੇ ਉਸਦੇ ਕਾਰਜਕਾਲ ਬਾਰੇ ਪੜ੍ਹਿਆ ਸੀ। ਇਸ ਵੀਡੀਓ ਦੇ ਵਿੱਚ ਆਪਾਂ ਰਾਸ਼ਟਰਪਤੀ ਨਾਲ ਸੰਬੰਧਿਤ ਸ਼ਕਤੀਆਂ, ਨਿਯੁਕਤੀਆਂ ਅਤੇ ਉਸਦੇ ਜੋ ਫੰਕਸ਼ਨ ਨੇ, ਕੰਮ ਨੇ, ਉਹਨਾਂ ਬਾਰੇ ਪੜ੍ਹਾਂਗੇ। ਪ੍ਰੈਜ਼ੀਡੈਂਟ ਦੀਆਂ ਸ਼ਕਤੀਆਂ। ਸੰਵਿਧਾਨ ਦੇ ਆਰਟੀਕਲ 53 ਦੇ ਵਿੱਚ ਪ੍ਰੈਜ਼ੀਡੈਂਟ ਦੀਆਂ ਸ਼ਕਤੀਆਂ ਦਾ ਵਰਣਨ ਕੀਤਾ ਗਿਆ ਹੈ। ਆਪਾਂ ਨੇ ਪੜ੍ਹਿਆ ਸੀ ਆਰਟੀਕਲ 52 ਤੋਂ ਲੈ ਕੇ ਆਰਟੀਕਲ 61 ਤੱਕ ਪੜ੍ਹਿਆ ਸੀ ਕਿ ਜੋ ਕਿ ਰਾਸ਼ਟਰਪਤੀ ਦੇ ਨਾਲ ਸੰਬੰਧਿਤ ਸੀ। ਰਾਸ਼ਟਰਪਤੀ ਦੇ ਨਾਲ ਸੰਬੰਧਿਤ ਆਰਟੀਕਲ 53 ਦੇ ਵਿੱਚ ਰਾਸ਼ਟਰਪਤੀ ਦੀਆਂ ਸ਼ਕਤੀਆਂ ਦਾ ਵਰਣਨ ਕੀਤਾ ਗਿਆ ਹੈ। ਰਾਸ਼ਟਰਪਤੀ ਕੋਲ ਬਹੁਤ ਸਾਰੀਆਂ ਸ਼ਕਤੀਆਂ ਹੁੰਦੀਆਂ ਹਨ, ਜਿਨ੍ਹਾਂ ਸ਼ਕਤੀਆਂ ਦਾ ਉਪਯੋਗ ਰਾਸ਼ਟਰਪਤੀ ਖੁਦ ਕਰਦਾ ਹੈ ਜਾਂ ਪ੍ਰਧਾਨ ਮੰਤਰੀ ਜਾਂ ਮੰਤਰੀ ਪਰਿਸ਼ਦ ਦੀ ਹੈਲਪ ਨਾਲ ਇਹਨਾਂ ਸ਼ਕਤੀਆਂ ਦੀ ਵਰਤੋਂ ਕਰਦਾ ਹੈ। ਕਈ ਵਾਰ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਰਾਸ਼ਟਰਪਤੀ ਇਹਨਾਂ ਸ਼ਕਤੀਆਂ ਦੀ ਵਰਤੋਂ ਖੁਦ ਜ਼ਿਆਦਾ ਕਰਦਾ ਹੈ ਜਾਂ ਕਿਸੇ ਦੀ ਹੈਲਪ ਦੇ ਨਾਲ। ਤਾਂ ਇਸ ਦਾ ਆਨਸਰ ਹੋਏਗਾ ਕਿ ਰਾਸ਼ਟਰਪਤੀ ਇਹਨਾਂ ਸ਼ਕਤੀਆਂ ਦੀ ਵਰਤੋਂ ਪ੍ਰਾਈਮ ਮਿਨਿਸਟਰ ਜਾਂ ਉਸਦੇ ਮੰਤਰੀ ਪਰਿਸ਼ਦ ਦੀ ਹੈਲਪ ਨਾਲ ਜ਼ਿਆਦਾ ਕਰਦਾ ਹੈ। ਤਾਂ ਇਸ ਵੀਡੀਓ ਦੇ ਵਿੱਚ ਆਪਾਂ ਪ੍ਰੈਜ਼ੀਡੈਂਟ ਦੁਆਰਾ ਵਰਤੀਆਂ ਜਾਣ ਵਾਲੀਆਂ ਜੋ ਸ਼ਕਤੀਆਂ ਨੇ, ਪ੍ਰੈਜ਼ੀਡੈਂਟ ਦੀਆਂ ਜੋ ਸ਼ਕਤੀਆਂ ਨੇ, ਉਹਨਾਂ ਬਾਰੇ ਆਪਾਂ ਪੜ੍ਹਾਂਗੇ। ਇਸ ਦੇ ਵਿੱਚ ਬਹੁਤ ਸਾਰੀਆਂ ਸ਼ਕਤੀਆਂ ਨੇ। ਨਿਯੁਕਤੀ ਸ਼ਕਤੀਆਂ, ਕਾਰਜਕਾਰੀ ਸ਼ਕਤੀਆਂ, ਨਿਆਇਕ ਸ਼ਕਤੀਆਂ, ਵਿਧਾਨਿਕ ਸ਼ਕਤੀਆਂ, ਵਿੱਤਿਕ ਸ਼ਕਤੀਆਂ, ਮਿਲਟਰੀ ਸ਼ਕਤੀਆਂ ਤੇ ਮਾਫ ਕਰਨ ਦੀਆਂ ਸ਼ਕਤੀਆਂ, ਤੇ ਲਾਸਟ ਦੇ ਵਿੱਚ ਐਮਰਜੈਂਸੀ ਸਮੇਂ ਸ਼ਕਤੀਆਂ। ਤਾਂ ਬਹੁਤ ਸਾਰੀਆਂ ਸ਼ਕਤੀਆਂ ਨੇ ਜੋ ਰਾਸ਼ਟਰਪਤੀ ਨੂੰ ਪ੍ਰਾਪਤ ਨੇ। ਤਾਂ ਵਨ ਬਾਏ ਵਨ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਹੈ ਅਪੁਆਇੰਟਮੈਂਟ ਪਾਵਰਸ, ਨਿਯੁਕਤੀ ਕਰਨ ਦੀਆਂ ਸ਼ਕਤੀਆਂ। ਰਾਸ਼ਟਰਪਤੀ ਨੂੰ ਭਾਰਤ ਦੇ ਬਹੁਤ ਸਾਰੇ ਸੰਵਿਧਾਨਿਕ ਉੱਚ ਪਦਾਂ ਦੇ ਉੱਤੇ ਨਿਯੁਕਤੀ ਕਰਨ ਦੀ ਸ਼ਕਤੀ ਪ੍ਰਾਪਤ ਹੈ। ਤਾਂ ਉਸ ਦੇ ਵਿੱਚੋਂ ਰਾਸ਼ਟਰਪਤੀ ਕਿਹਨਾਂ ਦੀ ਨਿਯੁਕਤੀ ਕਰਦਾ ਹੈ ਉਹ ਅਸੀਂ ਇਸ ਵੀਡੀਓ ਦੇ ਵਿੱਚ ਦੇਖਾਂਗੇ। ਇਸ ਵੀਡੀਓ ਦੇ ਵਿੱਚ ਦੋਸਤੋ ਮੈਂ ਲਾਸਟ ਦੇ ਵਿੱਚ ਤੁਹਾਡੇ ਤੋਂ ਕੁਝ ਕੁਐਸਚਨ ਪੁੱਛਾਂਗਾ, ਤਾਂ ਇਸ ਕਰਕੇ ਮੇਰੀ ਵੀਡੀਓ ਨੂੰ ਬਿਲਕੁਲ ਧਿਆਨ ਨਾਲ ਦੇਖਣਾ। ਜਿਹੜੇ ਮੇਰੇ ਦੋਸਤ ਇਸ ਵੀਡੀਓ ਨੂੰ ਬਿਲਕੁਲ ਧਿਆਨ ਨਾਲ ਦੇਖਣਗੇ ਉਹ ਉਹਨਾਂ ਕੁਐਸਚਨਸ ਦੇ ਆਨਸਰ ਨੇ ਬਹੁਤ ਹੀ ਆਸਾਨੀ ਨਾਲ ਦੇ ਸਕਦੇ ਨੇ। ਅਤੇ ਕੱਲ ਮੈਂ ਇਹਨਾਂ ਚਾਰੋਂ ਵੀਡੀਓਜ਼ ਜੋ ਕਿ ਮੈਂ ਹਲੇ ਤੱਕ ਅਪਲੋਡ ਕਰ ਚੁੱਕਿਆ ਹਾਂ, ਲੋਕ ਸਭਾ, ਰਾਜ ਸਭਾ ਤੇ 2 ਪ੍ਰੈਜ਼ੀਡੈਂਟ ਦੀਆਂ ਵੀਡੀਓ, ਇਹਨਾਂ ਵੀਡੀਓਜ਼ ਦੇ ਨਾਲ ਰਿਲੇਟਡ MCQ ਟੈਸਟ ਹੈ ਜੋ ਲਾਈਵ ਕੱਲ ਸ਼ਾਮ 5 ਵਜੇ ਇਸ YouTube ਚੈਨਲ ਦੇ ਉੱਪਰ ਆਪਾਂ ਸ਼ੁਰੂ ਕਰਾਂਗੇ। ਤਾਂ ਉਸ ਕੰਪੀਟੀਸ਼ਨ ਦੇ ਵਿੱਚ ਤੁਸੀਂ ਨਾਲ ਦੀ ਨਾਲ ਪਾਰਟਿਸਿਪੇਟ ਕਰ ਸਕਦੇ ਹੋ ਕੱਲ ਸ਼ਾਮ 5 ਵਜੇ। ਤਾਂ ਇਸ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਣਾ ਤੇ ਆਉਣ ਵਾਲੇ ਕੁਐਸਚਨ ਦੇ ਆਨਸਰ ਤੁਸੀਂ ਆਸਾਨੀ ਨਾਲ ਦੇ ਸਕੋ। ਉਹਨਾਂ ਕੁਐਸਚਨ ਦੇ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੇ ਸਕਦੇ ਹੋ। ਤਾਂ ਸਭ ਤੋਂ ਪਹਿਲੀ ਨਿਯੁਕਤੀ ਹੈ ਪ੍ਰਾਈਮ ਮਿਨਿਸਟਰ। ਰਾਸ਼ਟਰਪਤੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦਾ ਹੈ ਅਤੇ ਉਸ ਦੀ ਸਲਾਹ ਦੇ ਨਾਲ ਹੀ ਜੋ ਮੰਤਰੀ ਪਰਿਸ਼ਦ ਹੈ ਉਸ ਦੇ ਬਾਕੀ ਮੈਂਬਰਾਂ ਦੀ ਨਿਯੁਕਤੀ ਵੀ ਕੀਤੀ ਜਾਂਦੀ ਹੈ। ਤਾਂ ਇਸ ਜਗ੍ਹਾ ਤੇ ਕੁਐਸਚਨ ਹੈ ਭਾਰਤ ਦੇ ਪ੍ਰਾਈਮ ਮਿਨਿਸਟਰ। ਭਾਰਤ ਦੇ ਪ੍ਰੈਜ਼ੈਂਟ ਟਾਈਮ ਦੇ ਉੱਪਰ ਪ੍ਰਾਈਮ ਮਿਨਿਸਟਰ ਕੌਣ ਹਨ? ਪ੍ਰੈਜ਼ੈਂਟ ਟਾਈਮ ਦੇ ਉੱਪਰ ਭਾਰਤ ਦੇ ਜੋ ਪ੍ਰਾਈਮ ਮਿਨਿਸਟਰ ਨੇ, ਪ੍ਰਧਾਨ ਮੰਤਰੀ ਨੇ, ਉਹ ਨੇ ਨਰਿੰਦਰ ਮੋਦੀ ਅਤੇ ਇਹ ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਹਨ। ਨਰਿੰਦਰ ਮੋਦੀ ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਹਨ। ਦੂਸਰੀ ਹੈ ਨਿਯੁਕਤੀ ਰਾਜ ਸਭਾ ਦੇ ਮੈਂਬਰਾਂ ਦੀ ਨਿਯੁਕਤੀ। ਰਾਸ਼ਟਰਪਤੀ ਰਾਜ ਸਭਾ ਦੇ 12 ਮੈਂਬਰਾਂ ਦੀ ਨਿਯੁਕਤੀ ਕਰਦਾ ਹੈ। ਰਾਜ ਸਭਾ ਦੇ ਵਿੱਚ ਮੈਕਸਿਮਮ ਕਿੰਨੇ ਮੈਂਬਰ ਹੋ ਸਕਦੇ ਹਨ? ਰਾਜ ਸਭਾ ਦੇ ਵਿੱਚ ਪ੍ਰੈਜ਼ੈਂਟ ਟਾਈਮ ਦੇ ਉੱਪਰ 245 ਮੈਂਬਰ ਹਨ। 233 ਮੈਂਬਰ ਨੇ ਜੋ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਚੁਣੇ ਜਾਂਦੇ ਹਨ ਅਤੇ 12 ਮੈਂਬਰ ਨੇ ਜਿਨ੍ਹਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਅੱਗੇ ਹੈ 2 ਐਂਗਲੋ ਇੰਡੀਅਨ ਮੈਂਬਰਾਂ ਦੀ ਨਿਯੁਕਤੀ ਲੋਕ ਸਭਾ ਦੇ ਵਿੱਚ। ਲੋਕ ਸਭਾ ਦੇ ਵਿੱਚ 2 ਐਂਗਲੋ ਇੰਡੀਅਨ ਮੈਂਬਰਾਂ ਦੀ ਨਿਯੁਕਤੀ ਆਰਟੀਕਲ 331 ਦੇ ਤਹਿਤ ਕੀਤੀ ਜਾਂਦੀ ਹੈ, ਜੋ ਕਿ ਇਸ ਵਾਰ ਸੰਵਿਧਾਨ ਦੇ ਅਮੈਂਡਮੈਂਟ 104 ਦੇ ਅਨੁਸਾਰ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ। ਸੰਵਿਧਾਨ ਦੇ ਅਮੈਂਡਮੈਂਟ 104 ਦੇ ਅਨੁਸਾਰ ਜੋ 2 ਐਂਗਲੋ ਇੰਡੀਅਨ ਸੀਗੇ ਲੋਕ ਸਭਾ ਦੇ ਵਿੱਚ ਨਿਯੁਕਤ ਕੀਤੇ ਜਾਂਦੇ ਸੀ ਰਾਸ਼ਟਰਪਤੀ ਦੁਆਰਾ, ਉਸ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ ਪ੍ਰੈਜ਼ੈਂਟ ਟਾਈਮ ਦੇ ਉੱਪਰ ਜੋ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਹੈ ਉਹ 543 ਹੈ। ਉਸ ਤੋਂ ਅੱਗੇ ਹੈ ਗਵਰਨਰ ਆਫ ਸਟੇਟ। ਰਾਜਾਂ ਦੇ ਜੋ ਗਵਰਨਰ ਨੇ ਉਹਨਾਂ ਦੀ ਨਿਯੁਕਤੀ ਵੀ ਰਾਸ਼ਟਰਪਤੀ ਦੁਆਰਾ ਹੀ ਕੀਤੀ ਜਾਂਦੀ ਹੈ। ਔਰ ਆਰਟੀਕਲ 156 ਰਾਸ਼ਟਰਪਤੀ ਨੂੰ ਇਹ ਸ਼ਕਤੀ ਪ੍ਰਦਾਨ ਕਰਦਾ ਹੈ, ਅਗਰ ਕੋਈ ਵੀ ਗਵਰਨਰ ਹੈ ਸੰਵਿਧਾਨ ਦੇ ਰੂਲਾਂ ਦੇ ਅਗੇਂਸਟ ਕੰਮ ਕਰਦਾ ਹੈ, ਵਿਰੁੱਧ ਕੰਮ ਕਰਦਾ ਹੈ, ਤਾਂ ਉਸ ਨੂੰ ਉਸ ਦੇ ਪਦ ਤੋਂ ਡਿਸਮਿਸ ਵੀ ਕਰ ਸਕਦਾ ਹੈ।
अगली नियुक्ति है चीफ जस्टिस की। देश के चीफ जस्टिस या होर जजिस ने जो सुप्रीम कोर्ट के या हाई कोर्ट के जजिस ने उन्हों की नियुक्ति भी राष्ट्रपति द्वारा ही की जाती है। तो इस जगह पर एक होर क्वेश्चन बनता है कि प्रेजेंट टाइम के उपर जो भारत के चीफ जस्टिस ने उन्हों का नाम की है। प्रेजेंट टाइम के उपर जो भारत के चीफ जस्टिस ने उन्हें शरद अरविंद बोबड़े। प्रेजेंट टाइम के उपर भारत के चीफ जस्टिस ने शरद अरविंद बोबड़े ते ये भारत के 47वें चीफ जस्टिस हैं। देश के चीफ जस्टिस, सुप्रीम कोर्ट के जजिस ते हाई कोर्ट के जजां की नियुक्ति है वो भी राष्ट्रपति द्वारा की जाती है। आर्टिकल 239 के तहत राष्ट्रपति जो दिल्ली का चीफ मिनिस्टर होंदा है उसकी नियुक्ति भी राष्ट्रपति द्वारा ही की जाती है। उस तो बाद है कैग, कंट्रोलर एंड ऑडिट जनरल। कैग की नियुक्ति है वो भी राष्ट्रपति द्वारा की जाती है। प्रेजेंट टाइम के उपर जो भारत के कैग ने वो ने राजीव महर्षि, जो कि भारत के 13वें कैग ने राजीव महर्षि। उस तो अगे है अगली नियुक्ति चीफ इलैक्शन कमिश्नर ते इलैक्शन कमिश्नर की। राष्ट्रपति, चीफ इलैक्शन कमिश्नर अते जो इलैक्शन कमिश्नर्स होंदे ने उन्हां दी नियुक्ति भी राष्ट्रपति द्वारा की जाती है। चीफ इलैक्शन कमिश्नर 1 ते 2 इलैक्शन कमिश्नर होंदे हन ते जो भारत के प्रेजेंट टाइम के उपर चीफ इलैक्शन कमिश्नर ने उन्हां दा नाम है सुनील अरोड़ा अते भारत के 23वें चीफ इलैक्शन कमिश्नर ने अते बाकी दे 2 जो इलैक्शन कमिश्नर ने वो ने अशोक लवासा ते सुशील चंद्र। उस तो अगली है यूपीएससी के चेयरमैन की नियुक्ति ते उसके मैंबरां की नियुक्ति। यूपीएससी के चेयरमैन ते उसके मैंबरां की नियुक्ति भी राष्ट्रपति द्वारा ही की जाती है। ते जो प्रेजेंट टाइम के उपर यूपीएससी के चेयरमैन ने वो ने अरविंद सक्सेना। प्रेजेंट टाइम के उपर यूपीएससी के जो चेयरमैन ने उन्हों का नाम है अरविंद सक्सेना। द अटर्नी जनरल, अटर्नी जनरल की नियुक्ति है वो भी एक राष्ट्रपति द्वारा की जाती है। अटर्नी जनरल की होंदा एक तरीके के तौर पर सलाहकार के रूप के काम करता है। तो जो भारत के प्रेजेंट टाइम के उपर अटर्नी जनरल ने उन्हें के वेणुगोपाल। भारत के प्रेजेंट टाइम के उपर जो अटर्नी जनरल ने उन्हें के वेणुगोपाल अते यह भारत के 15वें अटर्नी जनरल ने। तो इन्हां दी नियुक्ति संविधान के आर्टिकल 76 के तहत की जाती है। अटर्नी जनरल की नियुक्ति संविधान के आर्टिकल 76 के तहत की जाती है। राष्ट्रपति जो अंबैसडर होंदे ने, हाई कमिश्नर्स होंदे ने देश के, उन्हां दी नियुक्ति भी राष्ट्रपति द्वारा ही की जाती है। ਅਤੇ देश के होर जिन्ने भी हाई रैंक होंदे ने, सेंट्रल सिविल सर्विस होंदियां ने, उन्हां दे मैंबरां दी नियुक्ति है वो भी राष्ट्रपति द्वारा की जाती है। भारत दे विच 3 तरीके दी सिविल सर्विस होंदियां ने, IAS, IPS एंड IFS। IAS की हुंदा है ये मैं तुहानूं पहलां अपनी वीडियो दे विच दस चुकिया। IAS हुंदा है इंडियन एडमिनिस्ट्रेटिव सर्विस, IPS हुंदा है इंडियन पुलिस सर्विस, तो जो IFS होंदा है इसका आंसर तुसीं मैनूं कमेंट बॉक्स दे विच जाके जरूर दसो। अगर तुसीं मेरियां पहलां वाली वीडियो ध्यान नाल लिखिया ने तो इस क्वेश्चन का आंसर तुहानूं जरूर आंदा होएगा। तो इस क्वेश्चन का आंसर मैनूं कमेंट बॉक्स दे विच जाके दसो IFS की फुल फॉर्म की हुंदी है। उस तो बाद देखते हैं कार्यकारी शक्तियां। राष्ट्रपति दीयां कार्यकारी शक्तियां की हुंदियां ने। राष्ट्रपति की कार्यकारी शक्तियां दे विच आंदा है वित्त आयोग का गठन। राष्ट्रपति वित्त आयोग का गठन करता है। फाइनांस कमीशन का गठन करता है जो कि अनुच्छेद 280 के तहत राष्ट्रपति द्वारा किया जाता है। उस तो बाद है अनुसूचित जाति खेत्र घोषित करना। किसी खेत्र नूं अनुसूचित जाति खेत्र घोषित करना ये भी राष्ट्रपति दी शक्तियां दे विचों ही एक है। राष्ट्रपति देखता है कि किहड़ा खेत्र अनुसूचित जाति खेत्र है तो उसनूं यह घोषण करने दी जो शक्ति है वो राष्ट्रपति नूं प्राप्त है। तो राष्ट्रपति उस तो बाद की एक अलग तरीके का सिस्टम है जिहड़ा उस खेत्र दे लई प्रबंध तैयार करता है। वित्त आयोग अपने पढ़िया सी अनुच्छेद 280 दे विच। इस दे विच की हुंदा है, इस दे विच जो सेंटर अते राज्यां दे टैक्सां दी वंड है वो किस तरीके नाल कीती जानी है, यह सारा वित्त आयोग का काम हुंदा है। उन्हां दे जो टैक्स हुंदे ने उन्हां दा डिस्ट्रीब्यूशन है उन्हां बारे यह एक तरीके का जिहड़ा आयोग है उसका गठन किया जाता है।
उस तो बाद है अंतर राज परिषद गठन, जिसकी स्थापना आर्टिकल 263 अनुसार की गई है, जो कि राष्ट्रपति दी शक्तियां दे विचों एक है। राष्ट्रपति अनुच्छेद 263 के तहत अंतर राज परिषद का गठन करता है। उस तो बाद अगे है SC ST OBC आयोग का गठन। राष्ट्रपति SC ST OBC आयोग का गठन भी कर सकता है। उस तो बाद देखते हैं न्यायिक शक्तियां। राष्ट्रपति दियां की न्यायिक शक्तियां होंदियां ने, तो आपने पहला पढ़ चुके हैं कि राष्ट्रपति की या देश के चीफ जस्टिस ने जो उन्हों की नियुक्ति करता है, अते जो देश के जिन्ने भी सुप्रीम कोर्ट्स ने या हाई कोर्ट्स ने उसके जजां की नियुक्ति भी राष्ट्रपति द्वारा ही की जाती है। वो किसी भी जज नूं उसकी जो पद है उस तो हटा सकता है सिर्फ उस समय जदों दोनों हाउसिस ने, जो पार्लीमेंट के दोनों हाउस के 2/3 मैंबरां की मेजोरिटी के नाल ही वो किसी भी जज नूं उसकी जो ये चीफ जस्टिस होंदे ने उन्होंने उसके पद तो हटा सकता है। तो उस तो अगे इंडियन गवर्नमेंट के जो जनरल एडवाइजर होंदे ने, चीफ जनरल एडवाइजर होंदे ने, अटर्नी जनरल होंदे ने, उन्हां दी अपॉइंटमेंट भी राष्ट्रपति द्वारा आर्टिकल 76 दे विच कीती जांदी है। ते थर्ड दे विच आ गया राष्ट्रपति आर्टिकल 143। राष्ट्रपति आर्टिकल 143 दे तहत सुप्रीम कोर्ट दे जज तो एडवाइस भी लै सकता है। आर्टिकल 143 दे तहत राष्ट्रपति है सुप्रीम कोर्ट दे जज तो सलाह भी लै सकता है। अते लास्ट दे विच आर्टिकल 88 दे तहत राष्ट्रपति अटर्नी जनरल नूं पार्लीमेंट दे विच पेश कर सकता है अते उस तो रिपोर्ट प्राप्त कर सकता है भी जो पार्लीमेंट का काम है वो सही तरीके नाल हो रहा है या नहीं हो रहा। इस दे यह शक्ति उसनूं आर्टिकल 88 दे तहत प्राप्त है। तो इस दे विच अपने पढ़िया आर्टिकल 76 के तहत वो अटर्नी जनरल नूं नामजद करता है। आर्टिकल 143 के तहत सुप्रीम कोर्ट तो सलाह लै सकता है। तो आर्टिकल 88 के तहत वो अटर्नी जनरल नूं पार्लीमेंट के जो संसद ने उन्होंने विच पेश करता है, भेज दिंदा है। तो उस तो रिपोर्ट प्राप्त करता है भी जो काम है वो सही तरीके नाल हो रहा है या नहीं हो रहा। अगली शक्तियां ने विधानक शक्तियां। राष्ट्रपति दियां विधानक शक्तियां। राष्ट्रपति दियां विधानक शक्तियां दे विच सब तो पहला आंदा संसद नूं संबोधन करना। राष्ट्रपति दियां शक्तियां दे विचों एक शक्ति है संसद नूं संबोधन करना। हर वित्ती साल दे शुरुआत दे विच राष्ट्रपति दोनों सदनां नूं इकट्ठे बुलांदा है ते उन्हां नूं आर्टिकल 87 दे तहत संबोधन करता है। हर साल के शुरुआत दे विच दोनों सदनां नूं आर्टिकल 87 के तहत संबोधन करने की जो शक्ति है वो राष्ट्रपति नूं प्राप्त है। नंबर 2 संसद का अनिखड़वां अंग। संसद के 3 पार्ट होंदे हन, लोक सभा, राज्य सभा अते राष्ट्रपति। तो राष्ट्रपति संसद का एक अनिखड़वां अंग है। जिस तरीके नाल कोई भी बिल पास करने के लिए लोक सभा या राज्य सभा के विचों पास होना जरूरी है, उन्ना ही राष्ट्रपति के सिग्नेचर होना भी जरूरी है। कोई भी बिल राष्ट्रपति के हस्ताक्षर तो बिना पास नहीं किया जा सकता। नंबर 3 कोई भी बिल राष्ट्रपति के हस्ताक्षर तो बिना पास नहीं किया जा सकता। जिन्ना कि उसकी जरूरी है लोक सभा या राज्य सभा के विच पास होना, उन्ना ही जरूरी है उसका राष्ट्रपति का द्वारा हस्ताक्षर किए होना। नंबर 4 है लोक सभा नूं भंग कर सकता है। राष्ट्रपति को शक्ति होंदी है कि वो लोक सभा नूं भंग कर सकता है। राज्य सभा की गल करिए तो राज्य सभा नूं कदे भी भंग नहीं किया जा सकता। लोक सभा नूं जो भंग करने की शक्ति है वो राष्ट्रपति नूं प्राप्त होंदी है। तो आर्टिकल 85 के तहत राष्ट्रपति नूं संसद के सैशन नूं बुलाना, तैयार करना ते भंग करने की जो शक्ति है उसनूं आर्टिकल 85 के तहत प्राप्त है। उस तो बाद अनुच्छेद 143 के तहत राष्ट्रपति सुप्रीम कोर्ट तो सलाह लै सकता है। ये अपनी पिछलियां शक्तियों के विच भी पढ़े। आर्टिकल 143 के तहत राष्ट्रपति है जो सुप्रीम कोर्ट तो किसी मसले के उत्ते सलाह लै सकता है। तो अगला है वीटो पावर। अनुच्छेद 111। अनुच्छेद 111 संसद द्वारा पास किए बिल सिर्फ
ਆਰਟੀਕਲ 111 ਅਨੁਸਾਰ ਰਾਸ਼ਟਰਪਤੀ ਦੀ ਸਹਿਮਤੀ ਮਿਲਣ ਤੋਂ ਬਾਅਦ ਹੀ ਕਾਨੂੰਨ ਬਣ ਸਕਦੇ ਹਨ। ਜਦੋਂ ਕੋਈ ਵੀ ਬਿੱਲ ਰਾਸ਼ਟਰਪਤੀ ਲਵੇ ਪੇਸ਼ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਰਾਸ਼ਟਰਪਤੀ ਕੋਲ ਤਿੰਨ ਆਪਸ਼ਨ ਹੁੰਦੇ ਨੇ, ਜਾਂ ਤਾਂ ਰਾਸ਼ਟਰਪਤੀ ਉਸ ਨੂੰ ਪਾਸ ਕਰ ਦਿੰਦਾ ਹੈ, ਜਾਂ ਰਾਸ਼ਟਰਪਤੀ ਉਸ ਨੂੰ ਸਮਝਣ ਦੇ ਲਈ ਆਪਣੇ ਕੋਲ ਰੱਖ ਲੈਂਦਾ ਹੈ, ਜਾਂ ਤੀਸਰੇ ਨੰਬਰ ਦੇ ਉੱਪਰ ਰਾਸ਼ਟਰਪਤੀ ਉਸ ਨੂੰ ਦੁਬਾਰਾ ਮੋਡੀਫਿਕੇਸ਼ਨ ਕਰਨ ਦੇ ਲਈ ਸੰਸਦ ਦੇ ਵਿੱਚ ਜਾਂ ਕਿਸੇ ਸਦਨ ਦੇ ਵਿੱਚ ਵਾਪਸ ਭੇਜ ਦਿੰਦਾ ਹੈ। ਅਗਰ ਮੋਡੀਫਿਕੇਸ਼ਨ ਤੋਂ ਬਾਅਦ ਦੁਬਾਰਾ ਉਹ ਬਿੱਲ ਰਾਸ਼ਟਰਪਤੀ ਕੋਲ ਪਹੁੰਚ ਜਾਂਦਾ ਹੈ ਤਾਂ ਉਸ ਸਮੇਂ ਰਾਸ਼ਟਰਪਤੀ ਕੋਲ ਇੱਕ ਸਪੈਸ਼ਲ ਤਰੀਕੇ ਦੀ ਪਾਵਰ ਹੁੰਦੀ ਹੈ, ਜਿਸ ਦੇ ਅਨੁਸਾਰ ਉਹ ਉਸ ਬਿੱਲ ਨੂੰ ਆਪਣੇ ਕੋਲ ਰੱਖ ਸਕਦਾ ਹੈ। ਬਿਨਾਂ ਪਾਸ ਕੀਤੇ ਉਹ ਬਿੱਲ ਨੂੰ ਆਪਣੇ ਕੋਲ ਰੱਖ ਸਕਦਾ ਹੈ ਤੇ ਇਸ ਪਾਵਰ ਨੂੰ ਹੀ ਅਸੀਂ ਕਹਿੰਦੇ ਹਾਂ ਵੀਟੋ ਪਾਵਰ, ਅਤੇ ਇਹ ਪਾਵਰ ਰਾਸ਼ਟਰਪਤੀ ਨੂੰ ਆਰਟੀਕਲ 111 ਦੇ ਤਹਿਤ ਪ੍ਰਾਪਤ ਹੁੰਦੀ ਹੈ। ਆਰਟੀਕਲ 111 ਦੇ ਤਹਿਤ ਰਾਸ਼ਟਰਪਤੀ ਨੂੰ ਇਹ ਸ਼ਕਤੀ ਹੈ ਜਿਹੜੀ ਪ੍ਰਾਪਤ ਹੁੰਦੀ ਹੈ। ਤਾਂ ਬਿੱਲ ਨੇ ਦੋ ਤਰੀਕੇ ਦੇ ਨੇ। ਰਾਸ਼ਟਰਪਤੀ ਬਿੱਲਾਂ ਦੇ ਉੱਪਰ ਹਸਤਾਖਰ ਦੋ ਤਰੀਕੇ ਨਾਲ ਕਰਦਾ ਹੈ। ਇੱਕ ਤਾਂ ਹੈ ਬਿੱਲ ਦੇ ਪਾਸ ਹੋਣ ਤੋਂ ਪਹਿਲਾਂ ਤੇ ਇੱਕ ਹੈ ਬਿੱਲ ਦੇ ਪਾਸ ਹੋਣ ਤੋਂ ਬਾਅਦ। ਸੰਸਦ ਦੇ ਬਿੱਲ ਪੇਸ਼ ਹੋਣ ਤੋਂ ਪਹਿਲਾਂ ਤੇ ਸੰਸਦ ਦੇ ਬਿੱਲ ਪਾਸ ਹੋਣ ਤੋਂ ਬਾਅਦ ਦੋਨੋਂ ਤਰੀਕੇ ਨਾਲ ਰਾਸ਼ਟਰਪਤੀ ਸਾਈਨ ਕਰਦਾ ਹੈ। ਜਿਹੜੇ ਕੁਝ ਬਿੱਲ ਨੇ ਜਿਨ੍ਹਾਂ ਦੇ ਉੱਪਰ ਰਾਸ਼ਟਰਪਤੀ ਦੇ ਸਿਗਨੇਚਰ ਨੇ ਪਹਿਲਾਂ ਕੀਤੇ ਜਾਂਦੇ ਨੇ, ਉਹ ਬਿੱਲ ਨੇ ਸਭ ਤੋਂ ਪਹਿਲਾਂ ਕਨਸਟੀਟਿਊਸ਼ਨ ਅਮੈਂਡਮੈਂਟ ਬਿੱਲ, ਸੰਵਿਧਾਨ ਦੇ ਜੋ ਸੰਸ਼ੋਧਨ ਦਾ ਬਿੱਲ ਹੈ ਉਹ ਕੀ ਹੈ, ਰਾਸ਼ਟਰਪਤੀ ਦੇ ਪਹਿਲਾਂ ਸਾਈਨ ਕੀਤੇ ਜਾਂਦੇ ਹਨ, ਉਸ ਤੋਂ ਬਾਅਦ ਹੀ ਕਿਸੇ ਸਦਨ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਦੂਸਰਾ ਬਿੱਲ ਹੈ ਸੰਚਿਤ ਨਿਧੀ ਚੋਂ ਧਨ ਕੱਢਣ ਸੰਬੰਧੀ। ਸੰਚਿਤ ਨਿਧੀ ਹੈ ਇੱਕ ਤਰੀਕੇ ਦੀ ਇੱਕ ਨਿਧੀ ਬਣਾਈ ਗਈ ਹੈ ਜਿਸ ਦੇ ਵਿੱਚ ਨੇ ਮਨੀ ਹੈ ਜੋ ਕਿ ਐਮਰਜੈਂਸੀ ਦੇ ਲਈ ਪੈਸੇ ਨੇ ਜੋ ਇਕੱਠੇ ਕੀਤੇ ਜਾਂਦੇ ਨੇ, ਜੋ ਆਉਣ ਵਾਲੇ ਸਮੇਂ ਦੇ ਵਿੱਚ ਐਮਰਜੈਂਸੀ ਅਗਰ ਕਿਸੇ ਜਗ੍ਹਾ ਤੇ ਜ਼ਰੂਰਤ ਪੈਂਦੀ ਹੈ ਤਾਂ ਉਸ ਨਿਧੀ ਦੇ ਵਿੱਚੋਂ ਪੈਸੇ ਕੱਢੇ ਜਾਂਦੇ ਹਨ। ਤਾਂ ਉਸਦੇ ਉਹ ਜੋ ਨਿਧੀ ਹੈ ਉਸਦੇ ਵਿੱਚੋਂ ਧਨ ਕੱਢਣ ਸੰਬੰਧੀ ਜੋ ਬਿੱਲ ਹੈ ਉਸ ਦੇ ਉੱਪਰ ਵੀ ਸਿਗਨੇਚਰ ਰਾਸ਼ਟਰਪਤੀ ਦੁਆਰਾ ਪਹਿਲਾਂ ਕੀਤੇ ਜਾਂਦੇ ਹਨ। ਨੰਬਰ 3 ਤੇ ਆਉਂਦਾ ਹੈ ਮਨੀ ਬਿੱਲ, ਜੋ ਕਿਸੇ ਵੀ ਤਰੀਕੇ ਦਾ ਧਨ ਬਿੱਲ ਹੈ ਉਹ ਵੀ ਕਿਸੇ ਵੀ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਪੇਸ਼ ਹੋਣ ਤੋਂ ਪਹਿਲਾਂ ਰਾਸ਼ਟਰਪਤੀ ਦੇ ਸਿਗਨੇਚਰ ਹੋਣਾ ਜ਼ਰੂਰੀ ਹੈ। ਮਨੀ ਬਿੱਲ ਦੀ ਜੋ ਡੈਫੀਨੇਸ਼ਨ ਹੈ ਉਹ ਭਾਰਤ ਦੇ ਆਰਟੀਕਲ 110 ਦੇ ਵਿੱਚ ਲਿਖੀ ਗਈ ਹੈ। ਅਨੁਛੇਦ 110 ਦੇ ਵਿੱਚ ਮਨੀ ਬਿੱਲ ਦੀ ਜੋ ਪਰਿਭਾਸ਼ਾ ਹੈ ਦਿੱਤੀ ਗਈ ਹੈ। ਮਨੀ ਬਿੱਲ ਹਮੇਸ਼ਾ ਲੋਕ ਸਭਾ ਦੇ ਵਿੱਚ ਪਹਿਲਾਂ ਪੇਸ਼ ਕੀਤਾ ਜਾਂਦਾ ਹੈ, ਉਸ ਤੋਂ ਬਾਅਦ ਉਸ ਨੂੰ ਰਾਜ ਸਭਾ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਅਗਰ ਮਨੀ ਬਿੱਲ ਲੋਕ ਸਭਾ ਦੇ ਵਿੱਚ ਪਾਸ ਕਰਕੇ ਰਾਜ ਸਭਾ ਦੇ ਵਿੱਚ ਭੇਜਿਆ ਜਾਂਦਾ ਹੈ ਤਾਂ ਉਸ ਸਮੇਂ ਰਾਜ ਸਭਾ ਲਵੇ ਸਿਰਫ 14 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ। ਅਗਰ ਰਾਜ ਸਭਾ ਉਹਨਾਂ 14 ਦਿਨਾਂ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਡਿਸੀਜਨ ਨਹੀਂ ਲੈਂਦੀ ਤਾਂ ਉਸ ਬਿੱਲ ਨੂੰ ਖੁਦ ਬ ਖੁਦ ਪਾਸ ਹੋ ਗਿਆ ਮੰਨ ਲਿਆ ਜਾਂਦਾ ਹੈ। ਅਗਲਾ ਪੁਆਇੰਟ ਹੈ ਅਨੁਛੇਦ 123। ਅਨੁਛੇਦ 123 ਦੇ ਤਹਿਤ ਰਾਸ਼ਟਰਪਤੀ ਦੀ ਸੰਸਦ ਦੀ ਛੁੱਟੀ ਦੌਰਾਨ ਆਰਡੀਨੈਂਸ ਜਾਰੀ ਕਰਨ ਦੀ ਸ਼ਕਤੀ। ਭਾਰਤ ਦਾ ਸੰਵਿਧਾਨ ਰਾਸ਼ਟਰਪਤੀ ਨੂੰ ਆਰਟੀਕਲ 123 ਦੇ ਤਹਿਤ ਇੱਕ ਅਜਿਹੀ ਸ਼ਕਤੀ ਪ੍ਰਾਪਤ ਕਰਦਾ ਹੈ ਜਿਸ ਦੇ ਵਿੱਚ ਅਗਰ ਲੋਕ ਸਭਾ ਜਾਂ ਰਾਜ ਸਭਾ ਜਾਂ ਮੰਨ ਲਓ ਸੰਸਦ ਦੇ ਵਿੱਚ ਕੋਈ ਵੀ ਮੈਂਬਰ ਮੌਜੂਦ ਨਹੀਂ ਹੈ ਤਾਂ ਉਸ ਸਮੇਂ ਜੋ ਰਾਸ਼ਟਰਪਤੀ ਹੈ ਉਹ ਇੱਕ ਤਰੀਕੇ ਨਾਲ ਕਿਸੇ ਵੀ ਬਿੱਲ ਦੇ ਉੱਪਰ ਸਾਈਨ ਕਰਕੇ ਉਸ ਨੂੰ ਪਾਸ ਕਰ ਸਕਦਾ ਹੈ ਬਿਨਾਂ ਕਿਸੇ ਵੀ ਸਦਨ ਦੇ। ਅਗਰ ਕੋਈ ਵੀ ਸਦਨ ਚਾਹੇ ਉਹ ਲੋਕ ਸਭਾ ਜਾਂ ਰਾਜ ਸਭਾ, ਕੋਈ ਵੀ ਸਦਨ ਅਗਰ ਪਾਰਲੀਮੈਂਟ ਦੇ ਵਿੱਚ ਸੰਸਦ ਦੇ ਵਿੱਚ ਮੌਜੂਦ ਨਹੀਂ ਹੈ ਤਾਂ ਰਾਸ਼ਟਰਪਤੀ ਬਿੱਲ ਦੇ ਉੱਪਰ ਸਾਈਨ ਕਰਕੇ ਉਸ ਨੂੰ ਪਾਸ ਕਰ ਸਕਦਾ ਹੈ। ਅਤੇ ਬਿੱਲ ਹੈ 1 ਮੰਥ ਦੇ ਲਈ ਹੀ ਇਹ ਬਿੱਲ ਉਸ ਤੋਂ ਬਾਅਦ ਅਗਰ ਕਿਸੇ ਵੀ ਸਦਨ ਦੇ ਵਿੱਚ ਭੇਜਿਆ ਜਾਂਦਾ ਹੈ ਤਾਂ ਉਹ ਸਦਨ ਉਸ ਦੇ ਉੱਤੇ ਵਰਕ ਕਰਨ ਤੋਂ ਬਾਅਦ ਉਸ ਨੂੰ ਦੁਬਾਰਾ ਇਹ ਪਾਸ ਕਰਨ ਦੀ ਸਹਿਮਤੀ ਦੇ ਦਿੰਦਾ ਹੈ। ਇਹ ਸੀਗਾ ਰਾਸ਼ਟਰਪਤੀ ਦੀਆਂ ਵਿਧਾਨਕ ਸ਼ਕਤੀਆਂ। ਅਗਲਾ ਪੁਆਇੰਟ ਦੇਖਦੇ ਹਾਂ। ਉਸ ਤੋਂ ਬਾਅਦ ਹੈ ਵਿੱਤੀ ਸ਼ਕਤੀਆਂ। ਵਿੱਤੀ ਸ਼ਕਤੀਆਂ ਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਹੈ ਮਨੀ ਬਿੱਲ ਕੈਨ ਬੀ ਇੰਟਰੋਡਿਊਸ ਇਨ ਪਾਰਲੀਮੈਂਟ ਓਨਲੀ ਵਿਦ ਦਾ ਪ੍ਰੈਜ਼ੀਡੈਂਟ ਰეკਮੈਂਡੇਸ਼ਨ। ਕੋਈ ਵੀ ਮਨੀ ਬਿੱਲ ਹੈ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਿਨਾਂ ਪਾਰਲੀਮੈਂਟ ਦੇ ਵਿੱਚ ਪੇਸ਼ ਨਹੀਂ ਕੀਤਾ ਜਾਂਦਾ। ਇਹ ਆਪਾਂ ਪਿਛਲੇ ਪੇਜ ਦੇ ਉੱਪਰ ਪੜ੍ਹ ਚੁੱਕੇ ਹਾਂ ਕਿ ਮਨੀ ਬਿੱਲ ਨੇ ਜੋ ਰਾਸ਼ਟਰਪਤੀ ਦੇ ਪਹਿਲਾ ਸਾਈਨ ਹੋਣ ਤੋਂ ਬਾਅਦ ਹੀ ਕਿਸੇ ਵੀ ਸਦਨ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਦੂਸਰੇ ਤੇ ਜੋ ਰਾਸ਼ਟਰਪਤੀ ਹੈ ਉਹ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਹੈ ਜੋ ਤਿਆਰ ਕਰਵਾਉਂਦਾ ਹੈ, ਜਿਸ ਨੂੰ ਬਜਟ ਵੀ ਕਹਿ ਸਕਦੇ ਹਾਂ। ਜੋ ਸਾਲ ਦਾ ਲੈਣ ਦੇਣ ਹੈ ਉਸ ਦੀ ਜੋ ਸਟੇਟਮੈਂਟ ਹੈ ਉਹ ਰਾਸ਼ਟਰਪਤੀ ਦੁਆਰਾ ਤਿਆਰ ਕਰਵਾਈ ਜਾਂਦੀ ਹੈ।
ਤਾਂ ਜੋ ਨੀਚੇ ਵਾਲੇ ਪੁਆਇੰਟਸ ਨੇ ਉਹ ਆਪਾਂ ਪਿੱਛੇ ਡਿਸਕਸ ਕਰ ਚੁੱਕੇ ਹਾਂ। ਅੱਗੇ ਦੇਖਦੇ ਹਾਂ। ਅੱਗੇ ਹੈ ਮਿਲਟਰੀ ਪਾਵਰ, ਸੈਨਿਕ ਸ਼ਕਤੀਆਂ। ਰਾਸ਼ਟਰਪਤੀ ਦੀਆਂ ਸੈਨਿਕ ਸ਼ਕਤੀਆਂ ਕੀ ਹੁੰਦੀਆਂ ਨੇ? ਦੇਸ਼ ਦੀਆਂ ਜੋ ਤਿੰਨੋਂ ਸੈਨਾਵਾਂ ਹੁੰਦੀਆਂ ਨੇ, ਜਲ ਸੈਨਾ, ਥਲ ਸੈਨਾ ਜਾਂ ਹਵਾਈ ਸੈਨਾ, ਤਿੰਨਾਂ ਦਾ ਜੋ ਮੁਖੀ ਹੁੰਦਾ ਹੈ ਉਹ ਰਾਸ਼ਟਰਪਤੀ ਹੀ ਹੁੰਦਾ ਹੈ। ਤਾਂ ਜੋ ਦੇਸ਼ ਦੀਆਂ ਮਿਲਟਰੀ ਸ਼ਕਤੀਆਂ ਨੇ, ਇਹ ਸ਼ਕਤੀ ਹੈ ਰਾਸ਼ਟਰਪਤੀ ਨੂੰ ਪ੍ਰਾਪਤ ਹੈ ਕਿ ਉਹ ਦੇਸ਼ ਦੀਆਂ ਜੋ ਤਿੰਨੋਂ ਸੈਨਾਵਾਂ ਹੁੰਦੀਆਂ ਨੇ ਉਹਨਾਂ ਦਾ ਮੁਖੀ ਹੁੰਦਾ ਹੈ। ਰਾਸ਼ਟਰਪਤੀ ਨੂੰ ਸੁਪਰੀਮ ਕਮਾਂਡਰ ਵੀ ਕਿਹਾ ਜਾਂਦਾ ਹੈ। ਰਾਸ਼ਟਰਪਤੀ ਨੂੰ ਇੰਡੀਅਨ ਆਰਮ ਫੋਰਸ ਦਾ ਸੁਪਰੀਮ ਕਮਾਂਡਰ ਵੀ ਕਿਹਾ ਜਾਂਦਾ ਹੈ। ਦੂਸਰੇ ਨੰਬਰ ਤੇ ਜੋ ਸ਼ਕਤੀ ਪ੍ਰਾਪਤ ਹੈ ਉਹ ਹੈ ਕਿਸੇ ਵੀ ਦੇਸ਼ ਨਾਲ ਯੁੱਧ ਜਾਂ ਸ਼ਾਂਤੀ ਦੀ ਘੋਸ਼ਣਾ ਕਰਨ ਦਾ ਅਧਿਕਾਰ ਵੀ ਰਾਸ਼ਟਰਪਤੀ ਨੂੰ ਪ੍ਰਾਪਤ ਹੈ। ਰਾਸ਼ਟਰਪਤੀ ਚਾਹੇ ਇਹ ਸ਼ਕਤੀ ਦਾ ਇਸਤੇਮਾਲ ਪ੍ਰਾਈਮ ਮਿਨਿਸਟਰ ਜਾਂ ਉਸਦੇ ਮੰਤਰੀ ਪਰਿਸ਼ਦ ਦੀ ਸਹਿਮਤੀ ਨਾਲ ਹੀ ਕਰਦਾ ਹੈ, ਪਰ ਇਹ ਸ਼ਕਤੀ ਹੈ ਰਾਸ਼ਟਰਪਤੀ ਦੀਆਂ ਸ਼ਕਤੀਆਂ ਦੇ ਵਿੱਚੋਂ ਇੱਕ ਹੈ। ਕਿਸੇ ਵੀ ਦੇਸ਼ ਨਾਲ ਅਗਰ ਕੋਈ ਵੀ ਯੁੱਧ ਹੁੰਦਾ ਹੈ ਜਾਂ ਸ਼ਾਂਤੀ ਦੀ ਘੋਸ਼ਣਾ ਹੁੰਦੀ ਹੈ ਉਹ ਵੀ ਰਾਸ਼ਟਰਪਤੀ ਦੁਆਰਾ ਹੀ ਕੀਤੀ ਜਾਂਦੀ ਹੈ। ਤਾਂ ਇਹ ਸੀ ਰਾਸ਼ਟਰਪਤੀ ਦੀ ਮਿਲਟਰੀ ਸ਼ਕਤੀ। ਅੱਗੇ ਦੇਖਦੇ ਹਾਂ ਮਾਫ ਕਰਨ ਦੀਆਂ ਸ਼ਕਤੀਆਂ। ਅਨੁਛੇਦ 72 ਦੇ ਤਹਿਤ ਰਾਸ਼ਟਰਪਤੀ ਨੂੰ ਕਿਸੇ ਵੀ ਵਿਅਕਤੀ ਦੀ ਸਜ਼ਾ ਮਾਫ ਕਰਨ ਦੀ ਸ਼ਕਤੀ ਪ੍ਰਾਪਤ ਹੈ, ਚਾਹੇ ਉਹ ਦੇਸ਼ ਦੇ ਕਿਸੇ ਵੀ ਰਾਜ ਦਾ ਵਿਅਕਤੀ ਹੋਵੇ ਜਾਂ ਪੂਰੇ ਦੇਸ਼ ਦੇ ਵਿੱਚੋਂ ਕੋਈ ਵੀ ਕਿਸੇ ਵੀ ਰਾਜ ਦਾ ਕੋਈ ਵੀ ਵਿਅਕਤੀ ਹੋਵੇ, ਤਾਂ ਉਸ ਦੀ ਸਜ਼ਾ ਮਾਫ ਕਰਨ ਦੀ ਸ਼ਕਤੀ ਹੈ ਜੋ ਰਾਸ਼ਟਰਪਤੀ ਨੂੰ ਪ੍ਰਾਪਤ ਹੈ। ਰਾਸ਼ਟਰਪਤੀ ਉਸ ਦੀ ਸਜ਼ਾ ਘੱਟ ਕਰ ਸਕਦਾ ਹੈ, ਮਾਫ ਕਰ ਸਕਦਾ ਹੈ ਜਾਂ ਕਿਸੇ ਵੀ ਫਾਂਸੀ ਦੀ ਸਜ਼ਾ ਤੋਂ ਵੀ ਮਾਫ ਕਰ ਸਕਦਾ ਹੈ। ਤਾਂ ਰਾਸ਼ਟਰਪਤੀ ਨੂੰ ਇਹ ਸ਼ਕਤੀਆਂ ਅਨੁਛੇਦ 72 ਦੇ ਤਹਿਤ ਪ੍ਰਾਪਤ ਹਨ। ਦੂਸਰਾ ਪੁਆਇੰਟ ਹੈ ਅਨੁਛੇਦ 143। ਆਪਾਂ ਪਿੱਛੇ ਪੜ੍ਹ ਚੁੱਕੇ ਹਾਂ ਕਿ ਰਾਸ਼ਟਰਪਤੀ ਅਨੁਛੇਦ 143 ਦੇ ਤਹਿਤ ਸੁਪਰੀਮ ਕੋਰਟ ਤੋਂ ਸਲਾਹ ਲੈ ਸਕਦਾ ਹੈ। ਨੰਬਰ 3 ਤੇ ਆਉਂਦਾ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਹੈ ਉਹ ਵੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਅੱਗੇ ਦੇਖਦੇ ਹਾਂ ਲਾਸਟ ਐਮਰਜੈਂਸੀ ਪਾਵਰਸ। ਰਾਸ਼ਟਰਪਤੀ ਦੀਆਂ ਜੋ ਐਮਰਜੈਂਸੀਜ਼ ਨੇ ਉਸ ਦੇ ਦੌਰਾਨ ਕਿਸ ਤਰੀਕੇ ਦੀਆਂ ਪਾਵਰਸ ਹੁੰਦੀਆਂ ਨੇ। ਦੇਸ਼ ਦੇ ਵਿੱਚ 3 ਤਰੀਕੇ ਦੀਆਂ ਐਮਰਜੈਂਸੀਜ਼ ਹੁੰਦੀਆਂ ਨੇ, ਨੈਸ਼ਨਲ ਐਮਰਜੈਂਸੀ, ਸਟੇਟ ਐਮਰਜੈਂਸੀ ਜਾਂ ਫਾਈਨੈਂਸ਼ੀਅਲ ਐਮਰਜੈਂਸੀ। 3 ਤਰੀਕੇ ਦੀਆਂ ਐਮਰਜੈਂਸੀਜ਼ ਲਗਾਈਆਂ ਜਾਂਦੀਆਂ ਨੇ। ਨੈਸ਼ਨਲ ਐਮਰਜੈਂਸੀ ਆਰਟੀਕਲ 352 ਦੇ ਤਹਿਤ ਲਗਾਈ ਜਾ ਸਕਦੀ ਹੈ। ਸਟੇਟ ਐਮਰਜੈਂਸੀ ਆਰਟੀਕਲ 356 ਦੇ ਤਹਿਤ ਲਗਾਈ ਜਾ ਸਕਦੀ ਹੈ ਤੇ ਜੋ ਫਾਈਨੈਂਸ਼ੀਅਲ ਐਮਰਜੈਂਸੀ ਹੈ ਉਹ 360 ਦੇ ਤਹਿਤ ਲਗਾਈ ਜਾ ਸਕਦੀ ਹੈ। ਭਾਰਤ ਦੇ ਵਿੱਚ ਹੁਣ ਤੱਕ ਸਿਰਫ 3 ਵਾਰ ਐਮਰਜੈਂਸੀਜ਼ ਲਗਾਈਆਂ ਗਈਆਂ ਨੇ ਜੋ ਕਿ ਸਟੇਟ ਐਮਰਜੈਂਸੀਜ਼ ਨੇ। 352 ਦੇ ਤਹਿਤ ਆਰਟੀਕਲ 352 ਦੇ ਤਹਿਤ ਭਾਰਤ ਦੇ ਵਿੱਚ ਹਾਲੇ ਤੱਕ 3 ਵਾਰ ਨੈਸ਼ਨਲ ਐਮਰਜੈਂਸੀਜ਼ ਲਗਾਈਆਂ ਗਈਆਂ ਨੇ। ਸਭ ਤੋਂ ਪਹਿਲਾਂ 1962 ਦੇ ਵਿੱਚ ਜਦੋਂ ਕਿ ਇੰਡੀਆ ਚਾਈਨਾ ਦੀ ਵਾਰ ਹੋਈ ਸੀਗੀ 1962 ਦੇ ਵਿੱਚ ਲਗਾਈ ਗਈ ਸੀ ਤੇ ਉਸ ਸਮੇਂ ਜੋ ਭਾਰਤ ਦੇ ਪ੍ਰੈਜ਼ੀਡੈਂਟ ਸੀਗੇ ਉਹ ਸੀਗੇ ਸਰਵਪੱਲੀ ਰਾਧਾਕ੍ਰਿਸ਼ਨਨ। ਭਾਰਤ ਦੇ ਪ੍ਰੈਜ਼ੀਡੈਂਟ ਸੀਗੇ ਸਰਵਪੱਲੀ ਰਾਧਾਕ੍ਰਿਸ਼ਨਨ। ਉਸ ਤੋਂ ਬਾਅਦ ਦੂਸਰੀ ਵਾਰ ਜੋ ਨੈਸ਼ਨਲ ਐਮਰਜੈਂਸੀ ਲਗਾਈ ਗਈ ਸੀ ਉਹ ਸੀ 1971 ਦੇ ਵਿੱਚ ਇੰਡੀਆ ਪਾਕਿਸਤਾਨ ਦੀ ਵਾਰ ਟਾਈਮ। ਉਸ ਸਮੇਂ ਜੋ ਭਾਰਤ ਦੇ ਪ੍ਰੈਜ਼ੀਡੈਂਟ ਸੀਗੇ ਉਹ ਸੀ ਵੀਵੀ ਗਿਰੀ ਸੀਗੇ 1971 ਦੇ ਵਿੱਚ ਭਾਰਤ ਦੇ ਪ੍ਰੈਜ਼ੀਡੈਂਟ। ਤੇ ਤੀਸਰੀ ਐਮਰਜੈਂਸੀ ਜੋ ਲਗਾਈ ਗਈ ਸੀਗੀ 1975 ਦੇ ਵਿੱਚ, ਉਸ ਸਮੇਂ ਦੇਸ਼ ਦੇ ਜੋ ਪ੍ਰਾਈਮ ਮਿਨਿਸਟਰ ਸੀਗੇ ਉਹ ਸੀ ਇੰਦਰਾ ਗਾਂਧੀ ਦੇ ਸਮੇਂ ਦੇ ਵਿੱਚ ਇਹ ਤੀਸਰੀ ਐਮਰਜੈਂਸੀ ਲਗਾਈ ਗਈ ਸੀ। ਭਾਰਤ ਦੇ ਵਿੱਚ ਹਾਲੇ ਤੱਕ 3 ਵਾਰ ਐਮਰਜੈਂਸੀਜ਼ ਲਗਾਈਆਂ ਜਾ ਚੁੱਕੀਆਂ ਨੇ। ਨੈਸ਼ਨਲ ਐਮਰਜੈਂਸੀ ਜੋ ਪਹਿਲੀ ਨੈਸ਼ਨਲ ਐਮਰਜੈਂਸੀ ਸੀਗੀ ਉਹ ਸੀ 1962 ਦੇ ਵਿੱਚ ਲਗਾਈ ਗਈ ਸੀਗੀ ਇੰਡੀਆ ਚਾਈਨਾ ਦੀ ਵਾਰ ਸਮੇਂ, ਤੇ ਉਸ ਸਮੇਂ ਜੋ ਭਾਰਤ ਦੇ ਪ੍ਰੈਜ਼ੀਡੈਂਟ ਸੀਗੇ ਉਹ ਸੀਗੇ ਰਾਧਾਕ੍ਰਿਸ਼ਨਨ। ਉਸ ਤੋਂ ਬਾਅਦ ਸਟੇਟ ਐਮਰਜੈਂਸੀਜ਼ ਨੇ ਜੋ ਕਿ ਆਰਟੀਕਲ 356 ਦੇ ਤਹਿਤ ਲਗਾਈਆਂ ਗਈਆਂ ਨੇ। ਇਹ ਰਾਜਾਂ ਦੇ ਵਿੱਚ ਬਹੁਤ ਵਾਰ ਲਗਾਈਆਂ ਜਾ ਚੁੱਕੀਆਂ ਨੇ। ਤੇ ਉਸ ਤੋਂ ਲਾਸਟ ਦੇ ਵਿੱਚ ਆਉਂਦਾ ਫਾਈਨੈਂਸ਼ੀਅਲ ਐਮਰਜੈਂਸੀ ਜੋ ਕਿ ਆਰਟੀਕਲ 360 ਦੇ ਤਹਿਤ ਲਗਾਈ ਜਾਂਦੀ ਹੈ। ਫਿਲਹਾਲ ਦੇਸ਼ ਦੇ ਵਿੱਚ ਕਦੇ ਵੀ ਫਾਈਨੈਂਸ਼ੀਅਲ ਐਮਰਜੈਂਸੀ ਨਹੀਂ ਲਗਾਈ ਗਈ। ਤਾਂ ਐਮਰਜੈਂਸੀ ਸਮੇਂ ਜੋ ਦੇਸ਼ ਦੇ ਨਾਗਰਿਕ ਹੁੰਦੇ ਨੇ ਉਸਦੇ ਫੰਡਾਮੈਂਟਲ ਰਾਈਟਸ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਤੇ ਜੋ ਐਮਰਜੈਂਸੀ ਸਮੇਂ ਦੇਸ਼ ਦੇ ਫੰਡਾਮੈਂਟਲ ਰਾਈਟਸ ਨੇ, ਜੋ ਕਿਸੇ ਵੀ ਵਿਅਕਤੀ ਦੇ ਫੰਡਾਮੈਂਟਲ ਰਾਈਟਸ ਨੇ ਉਹਨਾਂ ਨੂੰ ਸਸਪੈਂਡ ਕਰਨ ਦਾ ਜੋ ਸਿਧਾਂਤ ਹੈ ਉਹ ਜਰਮਨੀ ਤੋਂ ਲਿਆ ਗਿਆ ਹੈ। ਐਮਰਜੈਂਸੀ ਦੇ ਦੌਰਾਨ ਜੋ ਕਿਸੇ ਵੀ ਵਿਅਕਤੀ ਦੇ ਫੰਡਾਮੈਂਟਲ ਰਾਈਟਸ ਨੇ ਉਸ ਨੂੰ ਸਸਪੈਂਡ ਕਰਨ ਦਾ ਜਾਂ ਉਸ ਨੂੰ ਰੱਦ ਕਰਨ ਦਾ ਜੋ ਸਿਧਾਂਤ ਹੈ ਉਹ ਜਰਮਨੀ ਤੋਂ ਲਿਆ ਗਿਆ ਹੈ। ਇਸ ਸਮੇਂ ਦੌਰਾਨ ਐਮਰਜੈਂਸੀ ਦੇ ਦੌਰਾਨ ਕਿਸੇ ਵੀ ਵਿਅਕਤੀ ਦੇ ਫੰਡਾਮੈਂਟਲ ਰਾਈਟਸ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਜਾਂਦਾ ਹੈ।
ਤੇ ਜੋ ਉਸਦੇ 6 ਟਾਈਪ ਦੇ 6 ਤਰੀਕੇ ਦੇ ਫੰਡਾਮੈਂਟਲ ਫਰੀडम ਹੁੰਦੇ ਨੇ ਉਹਨਾਂ ਨੂੰ ਵੀ ਰੱਦ ਕਰ ਦਿੱਤਾ ਜਾਂਦਾ ਹੈ। परंतु जो राइट टू लिबर्टी एंड राइट टू लाइफ एंड पर्सनल लिबर्टी है, याद रखियो, राइट टू लाइफ एंड पर्सनल लिबर्टी जो कि आर्टिकल 21 ਦੇ ਤਹਿਤ ਆਂਦਾ ਹੈ, ਉਸ ਨੂੰ ਕਦੇ ਵੀ ਰੱਦ ਨਹੀਂ ਕੀਤਾ ਜਾਂਦਾ। ਐਮਰਜੈਂਸੀ ਦੇ ਦੌਰਾਨ ਫੰਡਾਮੈਂਟਲ ਰਾਈਟਸ ਫੰਡਾਮੈਂਟਲ ਫਰੀडम ਨੇ ਰੱਦ ਕਰ ਦਿੱਤੇ ਜਾਂਦੇ ਹਨ, ਪਰੰਤੂ ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ ਜੋ ਕਿ ਆਰਟੀਕਲ 21 ਦੇ ਤਹਿਤ ਆਂਦਾ ਹੈ, ਉਸ ਨੂੰ ਰੱਦ ਨਹੀਂ ਕੀਤਾ ਜਾਂਦਾ। ਤਾਂ ਦੋਸਤੋ ਇਹ ਸੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਆਪਾਂ ਡਿਸਕਸ ਪੜ੍ਹਿਆ ਰਾਸ਼ਟਰਪਤੀ ਦੀਆਂ ਸ਼ਕਤੀਆਂ ਬਾਰੇ। ਤਾਂ ਲਾਸਟ ਦੇ ਵਿੱਚ ਕੁਝ ਕੁਐਸਚਨ ਜਿਨ੍ਹਾਂ ਦੇ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੇਣੇ ਨੇ। ਸਭ ਤੋਂ ਪਹਿਲਾਂ ਕਰੰਟ ਚੀਫ ਜਸਟਿਸ ਆਫ ਇੰਡੀਆ, ਭਾਰਤ ਦੇ ਪ੍ਰੈਜ਼ੈਂਟ ਟਾਈਮ ਦੇ ਉੱਪਰ ਚੀਫ ਜਸਟਿਸ ਕੌਣ ਨੇ? ਨੰਬਰ 2 ਕਰੰਟ UPSC ਚੇਅਰਮੈਨ, ਭਾਰਤ ਦੇ UPSC ਚੇਅਰਮੈਨ ਕੌਣ ਨੇ ਕਰੰਟ ਟਾਈਮ ਦੇ ਉੱਪਰ? ਨੰਬਰ 3 ਭਾਰਤ ਦੇ ਕਰੰਟ ਟਾਈਮ ਦੇ ਉੱਪਰ ਇਲੈਕਸ਼ਨ ਕਮਿਸ਼ਨਰ ਕੌਣ ਨੇ? ਜਾਂ ਚੌਥੇ ਨੰਬਰ ਤੇ ਹੈ ਕਰੰਟ ਅਟਾਰਨੀ ਜਨਰਲ, ਪ੍ਰੈਜ਼ੈਂਟ ਟਾਈਮ ਦੇ ਉੱਪਰ ਭਾਰਤ ਦੇ ਅਟਾਰਨੀ ਜਨਰਲ ਕੌਣ ਨੇ? ਦੋਸਤੋ ਅਗਰ ਤੁਹਾਨੂੰ ਮੇਰੀ ਵੀਡੀਓ ਇਹ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ, ਸ਼ੇਅਰ ਜ਼ਰੂਰ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸੋ। ਥੈਂਕ ਯੂ।